ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਇਮੀਗ੍ਰੇਸ਼ਨ, ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਲਾਈਕ ਕਰਦੇ ਹੋ। ਇਹਦੀ ਵਰਲਡ ਵਾਈਡ ਜਿਹੜੀ ਆ ਉਹ ਰੀਚ ਹੈ ਉਹ ਤੁਹਾਡੇ ਕਰਕੇ ਆ। YouTube ਦੇ ਉੱਤੇ, ਟਿਕਟੋਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ, ਸਨੈਪਚੈਟ ਦੇ ਉੱਤੇ, ਤੇ ਇਹਦੇ ਤੋਂ ਮੈਨੂੰ ਬਹੁਤ ਲੋਕਾਂ ਦਾ ਫੀਡਬੈਕ ਆਉਂਦਾ ਹੋਗਾ, ਸਾਨੂੰ ਬੜੀ ਜਾਣਕਾਰੀ ਮਿਲਦੀ ਆ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ ਉਹ ਤੁਹਾਡੇ ਤੱਕ ਮੈਂ ਪਹੁੰਚਾ ਸਕਾਂ, ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ। ਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਇਸੇ ਤਰ੍ਹਾਂ ਹੀ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਸਾਰਿਆਂ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ USCIS ਤੋਂ ਆ ਕਿ ਉਹਨਾਂ ਨੇ ਆਪਣਾ USCIS ਅਪਡੇਟਸ ਪਾਲਿਸੀ ਮੈਨੂਅਲ ਟੂ ਮੇਕ ਇਟ ਈਜ਼ੀਅਰ ਟੂ ਆਇਡੈਂਟੀਫਾਈ ਹੂ ਇਜ਼ ਸਬਜੈਕਟ ਟੂ ਪਬਲਿਕ ਚਾਰਜ ਗਰਾਊਂਡ ਆਫ ਇਨਐਡਮਿਸਿਬਿਲਿਟੀ। ਪਬਲਿਕ ਚਾਰਜ ਦਾ ਇੱਕ ਗਰਾਊਂਡ ਹੁੰਦਾ ਜੇ ਕਿਸੇ ਨੇ ਕੋਈ ਇਮੀਗ੍ਰੈਂਟ ਪਟੀਸ਼ਨ ਕੀਤੀ ਹੈ, ਹਸਬੈਂਡ ਵਾਈਫ ਦੀ ਕੀਤੀ ਹੈ, ਭੈਣ ਭਰਾ ਦੀ ਕੀਤੀ ਹੈ, ਜਾਂ ਮੈਰਿਡ ਮਤਲਬ ਬੱਚਿਆਂ ਦੀ ਕੀਤੀ ਹੈ, ਸਿਟੀਜ਼ਨ ਨੇ ਜਾਂ ਕਿਸੇ ਨੇ ਕੀਤੀ ਆ, ਉਹਦੇ ਵਿੱਚ ਜੇ ਪਬਲਿਕ ਚਾਰਜ ਦਾ ਗਰਾਊਂਡ ਲੱਗੇ ਤਾਂ ਉਹਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਸੋ ਉਹਦਾ ਜਿਹੜਾ ਚੈਪਟਰ 3 ਹੈਗਾ USCIS ਦਾ ਪਾਲਿਸੀ ਮੈਨੂਅਲ, ਉਹਦੇ ਵਿੱਚ ਉਹਨਾਂ ਨੇ ਥੋੜ੍ਹੀ ਅਪਡੇਟ ਕੀਤੀ ਹੈ। ਗੌਰਮੈਂਟ ਨੇ ਥੋੜ੍ਹਾ ਈਜ਼ੀਅਰ ਕੀਤਾ ਇਹ ਦੇਖਣ ਲਈ ਵੀ ਕਿਹੜੇ ਬੰਦੇ ਉਹ ਜਿਹੜੇ ਆ ਉਹ ਪਬਲਿਕ ਚਾਰਜ ਦੇ ਅੰਡਰ ਆਉਂਦੇ ਆ, ਕਿੰਨਾ 'ਤੇ ਉਹ ਲੱਗਦਾ, ਤੇ ਉਹ ਇਨਐਡਮਿਸਿਬਲ ਫਿਰ ਉਹਨਾਂ ਦੇ ਰਿਲੇਟਿਵ ਇੱਥੇ ਹੁੰਦੇ ਆ। ਤੇ ਉਹਦਾ ਬੇਸਿਕਲੀ ਜਿਹੜਾ ਐਪਲੀਕੇਬਿਲਿਟੀ ਜਿਹੜਾ ਚੈਪਟਰ 3 ਆ ਪਬਲਿਕ ਚਾਰਜ ਨਾਲ ਡੀਲ ਕਰਦਾ, ਉਹ ਬੇਸਿਕਲੀ ਇਟ ਅਪਲਾਈਜ਼ ਟੂ ਐਨ ਐਪਲੀਕੈਂਟ ਹੂ ਇਜ਼ ਅਪਲਾਈਂਗ ਫॉर ਵੀਜ਼ਾ ਐਡਮਿਸ਼ਨ ਔਰ ਐਡਜਸਟਮੈਂਟ ਆਫ ਸਟੇਟਸ। A non-citizen applying for a visa, admission or adjustment of status must establish that they are not inadmissible under any ground of inadmissibility including the public charge ground। ਸੋ ਉਹਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਪਬਲਿਕ ਚਾਰਜ ਜੋ ਅਮਰੀਕਾ 'ਚ ਨਹੀਂ ਬਣੇਗਾ, ਵੀ ਇੱਥੇ ਸਰਕਾਰੀ ਪੈਸੇ ਦਾ ਉਹ ਇਸਤੇਮਾਲ ਨਹੀਂ ਕਰੇਗਾ। ਪਰ ਜਿਹੜਾ ਪੋਲੀਟੀਕਲ ਅਸਾਈਲਮ ਦੇ ਕੇਸਾਂ ਦਾ ਗ੍ਰੀਨ ਕਾਰਡ ਅਪਲਾਈ ਹੁੰਦਾ ਉਹਦੇ 'ਤੇ ਇਹ ਲਾਗੂ ਨਹੀਂ ਹੁੰਦਾ। ਸੋ ਇਹ 'ਤੇ ਬੇਸਿਕਲੀ ਜਿਹੜਾ ਉਹਨਾਂ ਨੇ ਹੁਣ ਗਾਈਡਲਾਈਨ ਜਾਰੀ ਕੀਤੀ ਸੀ ਸਰਕਾਰ ਨੇ, ਉਹਦੇ ਵਿੱਚ ਇਹਨਾਂ ਨੇ ਕੁਝ ਚੇਂਜਸ ਕੀਤੀਆਂ ਨੇ। ਤੇ ਇਹਨਾਂ ਨੇ ਕਿਹਾ ਕਿ ਜਿਹੜੇ ਇਨਐਡਮਿਸਿਬਲ ਬੰਦੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ 'ਤੇ ਲਾਗੂ ਹੋ ਸਕਦਾ ਉਹ ਇਹ ਹੈਗੇ ਆ ਕਿ ਸਪਾਊਸਿਸ ਐਂਡ ਚਿਲਡਰਨ ਆਫ US ਸਿਟੀਜ਼ਨਸ, ਅਨਮੈਰਿਡ ਸਨਸ ਐਂਡ ਡਾਟਰ ਆਫ US ਸਿਟੀਜ਼ਨਸ ਐਂਡ ਦੇਅਰ ਚਿਲਡਰਨ, spouses, children and unmarried daughters and citizens of green card holders, married sons and daughters of US citizens, brothers and sisters of US citizens, fiancé of US citizens, ਤੇ spouses, widows or widowers of US citizens। ਤੇ ਜਿਹੜੀ employment based adjustment of status ਤੇ ਲੱਗਦਾ ਹੈ ਰੂਲ ਪਬਲਿਕ ਚਾਰਜ, ਉਹ ਹੈਗਾ ਜੀ priority workers, professionals with advanced degrees or non citizens of exceptionability, skilled workers, professionals, other workers and investors। ਸਪੈਸ਼ਲ ਇਮੀਗਰੈਂਟ ਐਡਜਸਟਮੈਂਟ ਆਫ ਸਟੇਟਸ 'ਤੇ ਜਿਹੜਾ ਇਹ ਰੂਲ ਲੱਗਦਾ ਉਹ ਹੈਗਾ ਰਿਲੀਜੀਅਸ ਵਰਕਰ ਦੇ ਕੇਸਾਂ 'ਚ, ਸਰਟਨ EMPLOYEES ਔਰ ਫਾਰਮਲ EMPLOYEES ਆਫ US ਗਵਰਨਮੈਂਟ ਅਬਰਾਡ, ਪਨਾਮਾ ਕਨਾਲ ਜ਼ੋਨ EMPLOYEES, ਫੋਰਨ ਮੈਡੀਕਲ ਸਕੂਲ ਗ੍ਰੈਜੂਏਟਸ, ਰਿਟਾਇਰਡ EMPLOYEES ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, US ਆਰਮਡ ਫੋਰਸਿਸ ਪਰਸੋਨਲ ਤੇ ਇੰਟਰਨੈਸ਼ਨਲ ਬ੍ਰੌਡਕਾਸਟਰਸ। ਤੇ ਜਿਨ੍ਹਾਂ ਦੇ ਉੱਤੇ ਇਹ ਪਬਲਿਕ ਚਾਰਜ ਰੂਲ ਨਹੀਂ ਲੱਗਦਾ, ਜਿਹੜੇ ਕਿ ਇਹਦੇ ਅੰਡਰ ਨਹੀਂ ਆਉਂਦੇ ਬਿਲਕੁਲ, ਉਹ ਹੈਗੇ ਜੀ ਅਸਾਈਲੀ ਤੇ ਰਿਫਿਊਜੀ, ਜਿਹੜੇ ਅਸਾਈਲਮ ਤੇ ਗ੍ਰੀਨ ਕਾਰਡ ਜਾਂ ਜਿਨ੍ਹਾਂ ਨੂੰ ਅਸਾਈਲਮ ਦਾ ਕੇਸ ਪਾਸ ਹੋਇਆ ਉਹ ਗ੍ਰੀਨ ਕਾਰਡ ਅਪਲਾਈ ਕਰਦੇ ਆ। ਤੇ ਦੂਜੇ ਹੈਗੇ ਆ ਅਮਰੀਸ਼ੀਅਨ ਇਮੀਗ੍ਰੈਂਟਸ ਐਟ ਐਡਮਿਸ਼ਨ, ਅਫਗਾਨ ਐਂਡ ਇਰਾਕੀ ਇੰਟਰਪ੍ਰੈਟਰਸ ਆਫ ਅਫਗਾਨ ਐਂਡ ਇਰਾਕੀ ਨੈਸ਼ਨਲਸ ਇੰਪਲਾਇਡ ਬਾਈ ਔਰ ਔਨ ਬਿਹਾਫ ਆਫ ਦ US ਗਵਰਨਮੈਂਟ, ਕਿਊਬਨ ਐਂਡ ਹੇਟੀਅਨ ਐਂਟਰੈਂਟਸ, applicants seeking adjustment of status under Cuban Adjustment Act, Nicaraguans and other Central Americans who are adjusting status to LPR, Haitians who adjust status to LPR, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ, ਜਿਹੜੇ ਕਿ ਸਿੱਜ ਦੇ ਕੇਸ ਹੁੰਦੇ ਨੇ, ਜਿਹੜੇ ਬੰਦੇ ਗਾਰਡੀਅਨਸ਼ਿਪ ਦਾ ਕੇਸ ਕਰਦੇ ਆ 21 ਸਾਲ ਤੋਂ ਘੱਟ ਹੋ ਕੇ ਤੇ ਉਹਨਾਂ ਨੂੰ ਗ੍ਰੀਨ ਕਾਰਡ ਮਿਲਦਾ, ਉਹਨਾਂ 'ਤੇ ਵੀ ਲਾਗੂ ਨਹੀਂ ਹੁੰਦਾ। ਐਪਲੀਕੈਂਟਸ ਫॉर ਰਜਿਸਟਰੀ, ਐਪਲੀਕੈਂਟ ਸੀਕਿੰਗ ਟੈਂਪਰਰੀ ਪ੍ਰੋਟੈਕਟਡ ਸਟੇਟਸ, certain non-immigrant ambassadors, ministers, diplomats of foreign governments, victims of human trafficking, ਜਿਹੜੇ T ਵੀਜ਼ਾ ਦੇ ਅੰਡਰ ਜਿਹਨਾਂ ਨੂੰ ਗ੍ਰੀਨ ਕਾਰਡ ਅਪਲਾਈ ਹੁੰਦਾ, victims of qualifying criminal activity U ਵੀਜ਼ਾ, ਜਿਹੜੇ U ਵੀਜ਼ਾ ਕਰਦੇ ਨੇ, ਉਹਨਾਂ 'ਤੇ ਕੋਈ ਰੋਬਰੀ ਹੋਈ ਹੈ ਜਾਂ ਅਟੈਕ ਹੋਇਆ, ਉਹਨਾਂ 'ਤੇ ਹਮਲਾ ਹੋਇਆ ਕੋਈ, ਤੇ ਉਹਨਾਂ ਨੂੰ ਉਹ 'ਤੇ ਗ੍ਰੀਨ ਕਾਰਡ ਮਿਲਦਾ, ਉਹਨਾਂ 'ਤੇ ਵੀ ਇਹ ਚਾਰਜ ਪਬਲਿਕ ਚਾਰਜ ਰੂਲ ਅਪਲਾਈ ਨਹੀਂ ਹੁੰਦਾ। ਉਦੋਂ ਬਾਅਦ ਜਿਹੜੇ ਵਾਹਵਾ ਦੇ ਕੇਸ ਹੈਗੇ ਆ, ਵਾਇਲੈਂਸ ਅਗੇਂਸਟ ਵੂਮਨ ਐਕਟ, ਉਹਦੇ ਅੰਡਰ ਜਿਹੜੇ ਗ੍ਰੀਨ ਕਾਰਡ ਅਪਲਾਈ ਕਰਦੇ ਆ ਉੱਥੇ ਵੀ ਜਿਹੜਾ ਹੈਗਾ ਇਹ ਰੂਲ ਲਾਗੂ ਨਹੀਂ ਹੁੰਦਾ ਪਬਲਿਕ ਚਾਰਜ ਵਾਲਾ। ਉਦੋਂ ਬਾਅਦ ਸਰਟਨ ਬੈਟਰਡ ਨਾਨ ਸਿਟੀਜ਼ਨਸ ਹੂ ਆਰ ਕੁਆਲੀਫਾਈਡ ਏਲੀਅਨਸ, ਐਪਲੀਕੈਂਟਸ ਐਡਜਸਟਿੰਗ ਸਟੇਟਸ ਹੂ ਕੁਆਲੀਫਾਈ ਫॉर ਬੈਨੀਫਿਟਸ ਐਜ਼ ਸਰਵਾਈਵਿੰਗ ਸਪਾਊਸਿਸ, ਚਿਲਡਰਨ ਔਰ ਪੇਰੈਂਟਸ ਆਫ ਮਿਲਟਰੀ ਮੈਂਬਰ, ਜਿਹੜੇ ਮਤਲਬ ਫੌਜ ਦੇ ਵਿੱਚ ਕੰਮ ਕਰਦੇ ਉਹਨਾਂ ਦੇ ਜਿਹੜੇ ਸਪਾਊਸਿਸ ਵਗੈਰਾ, ਉਹਨਾਂ 'ਤੇ ਵੀ ਇਹ ਲਾਗੂ
नहीं हुंदा। नॉन सिटीजन अमेरिकन इंਡੀਅਨਸ ਬੋਰਨ ਇਨ ਕੈਨੇਡਾ ਜਿਹੜੇ ਕਿ ਅਮਰੀਕਨ ਇੰਡੀਅਨ ਜਿਹੜੇ ਅਮਰੀਕਾ ਦੇ ਓਰੀਜਨਲ ਨੇ ਉਹ ਮਤਲਬ ਕੈਨੇਡਾ 'ਚ ਬੋਰਨ ਹੋਏ ਨੇ। ਤੇ ਪੋਲਿਸ਼ ਤੇ ਹੰਗੇਰੀਅਨ ਜਿਹੜੇ ਹੈਗੇ ਪਰੋਲੀਸ 'ਤੇ ਨਹੀਂ ਹੁੰਦਾ। ਸਰਟਨ ਸੀਰੀਅਲ ਜਿਹੜੇ ਨੈਸ਼ਨਲਸ ਨੇ ਉਹਨਾਂ 'ਤੇ ਨਹੀਂ ਹੁੰਦਾ। ਤੇ ਐਪਲੀਕੈਂਟਸ ਐਡਜਸਟਿੰਗ ਅੰਡਰ ਲਿਬੇਰੀਅਨ ਰਿਫਿਊਜੀ ਇਮੀਗ੍ਰੇਸ਼ਨ ਫੇਅਰਨੈਸ ਐਕਟ ਉਹਨਾਂ 'ਤੇ ਲਾਗੂ ਨਹੀਂ ਹੁੰਦਾ। ਪਰ ਮੋਟੇ ਤੌਰ 'ਤੇ ਜਿਹੜਾ ਇਹ ਲਾਗੂ ਹੁੰਦਾ ਪਬਲਿਕ ਚਾਰਜ ਦਾ ਰੂਲ, ਉਹ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਕਿਹਨਾਂ 'ਤੇ ਲਾਗੂ ਹੁੰਦਾ। ਉਹ ਲਾਗੂ ਹੁੰਦਾ ਸਪਾਊਸਿਸ, children ਤੇ parents of US citizen, unmarried sons and daughters of US citizen and their children, spouses, children and unmarried sons and daughters of green card holders, married sons and daughters of US citizens and their spouses and children, brothers and citizens of US citizen, fiancé of US citizens, spouses, widows or widowers of US citizens। ਤੇ ਜਿਹੜੇ ਇੰਪਲੋਇਮੈਂਟ ਬੇਸਡ ਕੈਟਾਗਰੀ ਦੇ ਲਾਗੂ ਹੁੰਦਾ ਉਹ ਹੈਗੇ ਪ੍ਰਾਇਓਰਟੀ ਵਰਕਰਸ, ਪ੍ਰੋਫੈਸ਼ਨਲਸ ਵਿਦ ਐਡਵਾਂਸ ਡਿਗਰੀਜ਼ or non-citizens of exceptional ability, skilled workers, professional and other workers and investors। ਇਸ ਤੋਂ ਇਲਾਵਾ ਜਿਹੜੇ ਬੰਦੇ ਗ੍ਰੀਨ ਕਾਰਡ ਲੈਂਦੇ ਨੇ ਅੰਡਰ ਰਿਲੀਜੀਅਸ ਵਰਕਰ ਦੇ ਕੇਸ ਤੇ R1 ਤੇ certain employees of former employees of US government, Panama Canal Zone employees, foreign medical school graduates, retired employees of international organizations, US armed forces personnel ਤੇ international broadcaster, ਉਹਨਾਂ ਤੇ ਇਹ ਲਾਗੂ ਹੁੰਦਾ ਹੈ। ਜਿਹੜੇ ਮੈਂ ਪਹਿਲਾਂ ਦੱਸਿਆ ਉਹਨਾਂ ਤੇ ਲਾਗੂ ਨਹੀਂ ਹੁੰਦਾ। ਸੋ ਇਹ ਜਿਹੜਾ ਪਬਲਿਕ ਚਾਰਜ ਰੂਲ ਹੈ ਇਹਦੇ ਵਿੱਚ ਗੌਰਮੈਂਟ ਥੋੜ੍ਹਾ ਜਿਹਾ ਇਹਨੂੰ ਈਜ਼ੀ ਕਰਨਾ ਚਾਹੁੰਦੀ ਆ ਕਿ ਉਹ ਕਿਸ ਤਰ੍ਹਾਂ ਕਰਨ। ਹੁਣ ਜਿਹੜੇ ਲਾਅ ਹੈਗਾ INA 2124D ਉਹ ਕਹਿ ਰਿਹਾ ਕਿ ਜਿਹੜੇ ਬੰਦੇ ਐਡਜਸਟਮੈਂਟ ਆਫ ਸਟੇਟਸ ਇੰਪਲਾਈ ਮਤਲਬ ਕਰਨਗੇ ਇੰਪਲੋਇਮੈਂਟ ਬੇਸ 'ਤੇ ਉਹਨਾਂ ਨੂੰ I-864 ਫਾਰਮ ਜਿਹੜਾ ਉਹ ਭਰਨਾ ਪਏਗਾ। ਅਤੇ ਹੁਣ ਜਿਹੜੀਆਂ ਕੈਟੇਗਰੀਆਂ ਦੇ ਵਿੱਚ I-864 ਭਰਨਾ ਪੈਣਾ ਉਹ ਹੈਗੇ ਨੌਨ ਸਿਟੀਜ਼ਨਸ ਹੂ ਹੈਵ ਅ ਪੈਂਡਿੰਗ ਐਪਲੀਕੇਸ਼ਨ ਦੈਟ ਸੈਟਸ ਅ ਪ੍ਰਾਈਮਾ ਫੇਸੀ ਕੇਸ ਆਫ T ਵੀਜ਼ਾ, ਨੌਨ ਸਿਟੀਜ਼ਨਸ ਹੂ ਹੈਵ ਬੀਨ ਗ੍ਰਾਂਟਿਡ T ਨੌਨ ਇਮੀਗ੍ਰੈਂਟ ਸਟੇਟਸ ਜਾਂ ਪਟੀਸ਼ਨਰਸ ਫॉर U ਵੀਜ਼ਾ, ਤੇ ਨੌਨ ਸਿਟੀਜ਼ਨਸ ਹੂ ਹੈਵ ਗ੍ਰਾਂਟਿਡ U ਵੀਜ਼ਾ ਸਟੇਟਸ। ਤੇ ਇਹਨਾਂ ਦੇ ਉੱਤੇ ਇਹ ਲਾਗੂ ਹੁੰਦਾ। ਤੇ ਉਹਦੇ 'ਚ ਇਹ ਗੌਰਮੈਂਟ ਨੇ ਕਲੈਰੀਫਾਈ ਕੀਤਾ ਵੀ ਜਿਹੜਾ ਇਹ ਚਾਰਜ ਆ ਉਹ ਇਹਨਾਂ ਕੇਸਾਂ 'ਤੇ ਲਾਗੂ ਹੁੰਦਾ, ਇਹ 'ਤੇ ਨਹੀਂ ਹੁੰਦਾ। ਸੋ ਮੋਟੇ ਤੌਰ 'ਤੇ ਆਪਾਂ ਕਹੀਏ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਜਿਵੇਂ ਕਿ ਕੋਈ ਆਪਣੇ ਹਸਬੈਂਡ ਵਾਈਫ ਲਈ ਕਰ ਰਿਹਾ, ਭੈਣਾਂ ਭਰਾਵਾਂ ਲਈ ਕਰ ਰਿਹਾ, ਮੈਰਿਡ ਜਿਹੜੇ ਹੈਗੇ ਆ ਉਹ ਤੁਸੀਂ ਬੱਚਿਆਂ ਲਈ ਕਰ ਰਹੇ ਹੋ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਅਨਮੈਰਿਡ ਬੱਚਿਆਂ ਲਈ ਕਰ ਰਿਹਾ, ਉਹਨਾਂ 'ਤੇ ਇਹ ਲਾਗੂ ਹੁੰਦਾ ਹੈ। ਪਰ ਜਿਹੜੇ ਪੋਲੀਟੀਕਲ ਅਸਾਈਲਮ ਦਾ ਕੇਸ ਕਰਦੇ ਆ ਜਾਂ U ਵੀਜ਼ੇ 'ਤੇ ਗ੍ਰੀਨ ਕਾਰਡ ਉਹਨਾਂ ਨੂੰ ਮਿਲਦਾ ਆ, ਅਸਾਈਲਮ ਪਾਸ ਹੋ ਗਿਆ ਉਹ 'ਤੇ ਗ੍ਰੀਨ ਕਾਰਡ ਆ ਜਾਂ ਵਾਹਵਾ ਕੇਸ ਉਹਨਾਂ 'ਤੇ ਲਾਗੂ ਨਹੀਂ ਹੁੰਦਾ। ਪਬਲਿਕ ਚਾਰਜ ਰੂਲ ਜਿਹੜਾ ਬੇਸਿਕਲੀ ਉਹ ਇਹ ਕਹਿੰਦਾ ਵੀ ਜਿਹੜੇ ਬੰਦੇ ਨੇ ਬਾਹਰੋਂ ਆਉਣਾ ਤੁਸੀਂ ਅਪਲਾਈ ਜਿਹਦਾ ਕੀਤਾ ਵੀ ਇੱਥੇ ਆ ਕੇ ਅਮਰੀਕਾ ਦੇ ਵਿੱਚ ਉਹ ਸਰਕਾਰ 'ਤੇ ਜਾਂ ਜਿਹੜਾ ਟੈਕਸ ਪੇਅਰ ਆ ਉੱਤੇ ਬੋਝ ਨਾ ਬਣੇ, ਉਹਦੇ ਵਾਸਤੇ ਜਿਹੜੇ ਬੰਦਾ ਉਹਦਾ ਇੱਥੇ ਹੈਗਾ ਅਮਰੀਕਾ ਜਿਹਨੇ ਅਪਲਾਈ ਕੀਤਾ ਉਹਨੇ ਲੌਂਗ ਟਰਮ ਜਿਹੜੀ ਕੇਅਰ ਹੈਗੀ ਆ ਹੈਲਥ ਕੇਅਰ ਉਹ ਨਾ ਲਈ ਹੋਵੇ, ਉਹਨੇ ਫੂਡ ਸਟੈਂਪਾਂ ਨਾ ਲਈਆਂ ਹੋਣ, ਉਹਨੇ ਗੌਰਮੈਂਟ ਤੋਂ ਜਿਹੜੇ ਪੈਸੇ ਲੱਗਦੇ ਆ ਉਹ ਨਾ ਲਏ ਹੋਣ। ਲੇਕਿਨ ਜਿਹੜਾ ਮਤਲਬ ਕਿਸੇ ਨੂੰ ਸੋਸ਼ਲ ਸਿਕਿਉਰਿਟੀ ਵਗੈਰਾ ਮਿਲਦਾ ਜਾਂ ਹੋਰ ਇਨਕਮ ਆ ਉਹ ਠੀਕ ਆ, ਜਾਂ ਕੋਈ ਡਿਸੇਬਿਲਿਟੀ ਇਨਕਮ ਹੈ, ਲੇਕਿਨ ਜਿਹੜੇ ਉੱਦਾਂ ਪੈਸੇ ਲਵਾ ਲੈਂਦੇ ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ, ਉਹ ਨਹੀਂ ਲੱਗਣੇ ਚਾਹੀਦੇ। ਜਿਹੜਾ ਸਟੈਂਪ ਪ੍ਰੋਗਰਾਮ ਨਹੀਂ ਚਾਹੀਦਾ ਜਿਹਨੂੰ ਵੈਲਫੇਅਰ ਕਹਿੰਦੇ ਆ ਆਪਾਂ, ਉਹਦੇ ਨਾਲ ਜਿਹੜੀ ਲੌਂਗ ਟਰਮ ਮੈਡੀਕਲ ਜਿਹੜਾ ਫ੍ਰੀ ਮੈਡੀਕਲ ਆ ਉਹ ਨਹੀਂ ਚਾਹੀਦਾ। ਸੋ ਇਸ ਕਿਸਮ ਦੀਆਂ ਇਹ 'ਤੇ ਹੈਗੀਆਂ, ਪਰ ਇਹਨਾਂ ਨੇ ਹੁਣ ਕਲੈਰੀਫਾਈ ਕੀਤਾ ਵੀ ਕਿਹੜਿਆਂ 'ਤੇ ਲਾਗੂ ਹੁੰਦਾ ਕਿਹਦੇ 'ਤੇ ਨਹੀਂ ਲਾਗੂ ਹੁੰਦਾ। ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਖਬਰ ਇੱਕ ਹੋਰ ਆ ਉਹ ਇਹ ਹੈਗੀ ਆ ਕਿ ਬਾਈ ਪਾਰਟੀਜ਼ਨ ਗਰੁੱਪ ਆਫ ਲਾਅ ਮੇਕਰਸ ਦੋਨਾਂ ਹਾਊਸਾਂ ਦੇ ਵਿੱਚ ਉਹਨਾਂ ਨੇ ਅਫਗਾਨ ਐਡਜਸਟਮੈਂਟ ਐਕਟ ਆਫ 2023 ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਲਾਸਟ ਵੀਕ ਹਾਊਸ ਆਫ ਰੈਪਰੈਜ਼ੈਂਟੇਟਿਵ ਤੇ ਸੈਨੇਟ ਦੇ ਵਿੱਚ। ਉਹ 'ਚ ਦੋਨੇ ਜਿਹੜੀਆਂ ਪਾਰਟੀਆਂ ਨੇ ਰਿਪਬਲਿਕਨ ਤੇ ਡੈਮੋਕ੍ਰੈਟ ਉਹਦੇ ਸੈਂਟਰ ਸ਼ਾਮਲ ਨੇ ਤੇ ਕਾਂਗਰਸਮੈਨ, ਤੇ ਇਹਦੇ 'ਚ ਪਾਸ ਹੋਣ ਦੀ ਉਮੀਦ ਹੈਗੀ ਆ ਕਿਉਂਕਿ ਇਹ ਬਾਈ ਪਾਰਟੀਜ਼ਨ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ US ਨੇ ਅਫਗਾਨਿਸਤਾਨ ਤੋਂ ਆਪਣਾ ਵਿਡਰਾਅ ਕੀਤਾ ਤੇ ਤਾਲਿਬਾਨ ਨੇ ਜਿਹੜਾ ਕੰਟਰੋਲ ਵਾਪਸ ਲੈ ਲਿਆ 2021 ਦੇ ਵਿੱਚ, ਉਦੋਂ ਬਾਅਦ ਜਿਹੜੀ ਸਰਕਾਰ ਹੈਗੀ ਆ ਇਹਨੇ 2 ਸਾਲ ਦੇ ਹਿਊਮੈਨਿਟੇਰੀਅਨ ਪਰੋਲ ਜਾਰੀ ਕੀਤੇ ਅਫਗਾਨ ਇਵੈਕੂਏਜ਼ ਲਈ ਵੀ ਜਿਹੜੇ ਬੰਦੇ ਆਪਣੀ ਜਾਨ ਬਚਾ ਕੇ ਇੱਥੇ ਆਏ ਜਿਨ੍ਹਾਂ ਨੇ ਅਮਰੀਕਾ ਦੀ ਹੈਲਪ ਕੀਤੀ ਵੀ ਉੱਥੇ ਮਾਰ ਨਾ ਦੇਣ ਉਹਨਾਂ ਨੂੰ, ਤੇ ਉਹਨਾਂ ਵਾਸਤੇ ਉਹ ਕਹਿ ਰਹੇ ਆ ਵੀ 17,000 ਅਫਗਾਨੀ ਜਿਹੜੇ ਇੱਥੇ ਨੇ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਦੇ ਕੇਸ ਲਾਏ ਹੋਏ ਆ ਤੇ ਉਹਨਾਂ ਦੇ ਵਿੱਚੋਂ ਕਿਸੇ ਦਾ ਕੇਸ ਡਿਨਾਈ ਨਹੀਂ ਹੋਇਆ, ਉਹ ਪੈਂਡਿੰਗ ਆ। ਤੇ ਇਸ ਕਰਕੇ ਉਹ ਇਹ ਕਹਿ ਰਹੇ ਆ ਕਿ ਜਿਹੜੀ ਸਰਕਾਰ ਹੈ ਇਹਨੇ 2022 ਦੇ ਵਿੱਚ TPS ਸਟੇਟਸ ਦਿੱਤਾ ਇਹਨਾਂ ਨੂੰ ਕਿ ਜਿਹੜੇ ਅਫਗਾਨੀ ਨੇ ਇਹ ਇੱਥੇ ਅਮਰੀਕਾ 'ਚ ਰਹਿ ਸਕਣ। ਤੇ ਹੁਣ ਜਿਹੜਾ ਇਹ ਐਕਟ ਹੈਗਾ ਇਹ ਅਲਾਓ ਕਰੇਗਾ ਇਹਨਾਂ ਨੂੰ ਗ੍ਰੀਨ ਕਾਰਡ ਲੈਣਾ, ਤੇ ਇਹਦਾ ਨਾਂ ਹੈਗਾ ਅਫਗਾਨ ਐਡਜਸਟਮੈਂਟ ਐਕਟ ਆਫ 2023। ਇਹ 'ਚ ਬੇਸਿਕਲੀ ਇਹ ਆ ਕਿ ਜਿਹੜੇ ਅਫਗਾਨਿਸਤਾਨ ਦੇ ਲੋਕ ਇੱਥੇ ਅਮਰੀਕਾ ਦੇ ਵਿੱਚ ਹੈਗੇ ਨੇ, ਜਦੋਂ ਬਿਲ ਐਨੈਕਟ ਹੋਊਗਾ ਤੇ ਉਹ ਆਪਣੇ ਵੀਜ਼ਿਆਂ 'ਤੇ ਆਏ ਆ ਜਾਂ ਪਰੋਲ ਕੀਤੇ ਗਏ ਆ ਜਾਂ ਅਸਾਈਲਮ ਲਾਇਆ ਉਹਨਾਂ ਨੇ,
ਤੇ ਉਹ ਜਿਹੜੇ ਹੈਗੇ ਆ ਇੱਥੇ 90 ਦਿਨ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਇੱਥੇ ਉਹਨਾਂ ਦੀ ਸਟੇ ਹੋਣੀ ਚਾਹੀਦੀ ਆ। ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਵਾਸਤੇ ਉਹ ਐਲੀਜੀਬਲ ਹੋ ਜਾਣਗੇ। ਟਾਈਮ ਲੱਗੇਗਾ ਲੇਕਿਨ ਇਹਦੇ ਅੰਡਰ ਗ੍ਰੀਨ ਕਾਰਡ ਜਿਹੜੇ ਆ ਉਹ ਅਪਲਾਈ ਹੋਣਗੇ। ਲੇਕਿਨ ਉਹਨਾਂ ਦਾ ਬਹੁਤ ਜ਼ਿਆਦਾ ਬੈਕਗਰਾਊਂਡ ਚੈੱਕ ਹੋਏਗਾ ਤੇ ਕ੍ਰਿਮੀਨਲ ਤੇ ਸਿਕਿਉਰਿਟੀ ਸਾਰੇ ਪਰਪਸ ਵਾਸਤੇ ਵੀ, ਤਾਂ ਕਿ ਕੋਈ ਬੰਦਾ ਟੈਰਰਿਜ਼ਮ ਵਗੈਰਾ ਨਾਲ ਰਿਲੇਟਡ ਨਾ ਹੋਵੇ ਉਹਨਾਂ ਚੋਂ। ਤੇ ਉਹਨਾਂ ਨੂੰ ਸਾਰੀ ਜਿਹੜੀ ਹੈਗੀ ਆ ਉਹ ਵੈਟਿੰਗ ਕੀਤੀ ਜਾਊਗੀ ਤੇ US ਰਿਫਿਊਜੀ ਐਡਮਿਸ਼ਨ ਪ੍ਰੋਗਰਾਮ ਦੇ ਅੰਡਰ ਉਹਨਾਂ ਦਾ ਬੈਕਗਰਾਊਂਡ ਚੈੱਕ ਜਿਹੜੇ ਹੋਣਗੇ। ਤੇ ਉਸ ਤੋਂ ਬਾਅਦ ਜਿਹੜਾ ਉਹ 'ਚ ਕਾਮਯਾਬ ਹੋ ਜਾਊਗਾ ਸਾਰੇ ਬੈਕਗਰਾਊਂਡ ਚੈੱਕ ਜੋ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕੇਗਾ। ਤੇ ਉਹ ਗ੍ਰੀਨ ਕਾਰਡ ਜਿਹੜਾ ਹੈਗਾ ਉਹ 5 ਸਾਲ ਦਾ ਵੇਟਿੰਗ ਪੀਰੀਅਡ ਨਹੀਂ ਹੋਏਗਾ, ਉਹ ਉਹਨਾਂ ਨੂੰ ਜਲਦੀ ਮਿਲਣਗੇ। ਤੇ ਇਸ ਕਰਕੇ ਇਹ ਜਿਹੜਾ ਐਕਟ ਹੈਗਾ ਇਹਦਾ ਮਤਲਬ ਸਿਰਫ ਤਾਂ ਇਹ ਆ ਵੀ ਜਿਹੜੇ ਬੰਦਿਆਂ ਨੇ ਅਮਰੀਕਾ 'ਚ ਦੀ ਹੈਲਪ ਕੀਤੀ ਅਫਗਾਨਿਸਤਾਨ ਤੋਂ ਆਪਣੀ ਜਾਨ ਬਚਾ ਕੇ ਇੱਥੇ ਆ ਗਏ ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਗ੍ਰੀਨ ਕਾਰਡ ਮਿਲ ਸਕੇ। ਸੋ ਇੰਟਰੋਡਿਊਸ ਇਹ ਹੋਇਆ ਤੇ ਇਹ ਹੁਣ ਦੇਖਦੇ ਹਾਂ ਦਾ ਕੀ ਅਸਰ ਹੁੰਦਾ। ਪਰ ਲੱਗਦਾ ਕਿਉਂਕਿ ਇਹ ਦੋਨਾਂ ਜਿਹੜੀਆਂ ਪਾਰਟੀਆਂ ਡੈਮੋਕ੍ਰੈਟ ਤੇ ਰਿਪਬਲਿਕਨ ਇਹ 'ਚ ਸਹਿਮਤੀ ਹੈਗੀ ਆ ਤੇ ਇਹ 'ਚ ਪਾਸ ਹੋਣ ਦੀ ਉਮੀਦ ਹੈਗੀ ਆ। ਇਸ ਤੋਂ ਇਲਾਵਾ ਅਗਲੀ ਜਿਹੜੀ ਖਬਰ ਆ ਉਹ ਇਹ ਹੈਗੀ ਆ ਕਿ ਫਲੋਰੀਡਾ ਦਾ ਜਿਹੜਾ ਗਵਰਨਰ ਆ ਉਹਨੇ ਇੱਕ ਲਾਅ ਬਣਾਇਆ ਸੀ ਕਿ ਜਿਹੜੇ ਬੰਦੇ ਉੱਥੇ ਇਮੀਗ੍ਰੈਂਟਸ ਨੂੰ ਜਾਂ ਜਿਹੜੇ ਇਲੀਗਲ ਬੰਦੇ ਆਉਂਦੇ ਉਹਨਾਂ ਨੂੰ ਡਰਾਈਵ ਕਰਦੇ ਆ ਸਟੇਟ 'ਚੋਂ, ਉਹਨਾਂ ਦੇ ਉੱਤੇ ਫੈਲਨੀ ਚਾਰਜ ਲੱਗੇਗਾ। ਉਹਨੂੰ ਜਿਹੜਾ ਹੈਗਾ ਉਹ ਚੈਲੰਜ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹ ਲਾਅ ਸੂਟ ਜਿਹੜਾ ਹੈਗਾ ਉਹ ਜਿਹੜਾ ਸੈਕਸ਼ਨ 10 ਆਫ ਫਲੋਰੀਡਾ ਸੈਨੇਟ ਬਿੱਲ 1718 ਉਹਨੂੰ ਚੈਲੰਜ ਕਰਦਾ। ਤੇ ਉਹ ਕਹਿੰਦਾ ਵੀ ਜਿਹੜਾ US ਕਨਸਟੀਟਿਊਸ਼ਨ ਦੀ ਵਾਇਲੇਸ਼ਨ ਹੈ, ਕਿਉਂਕਿ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਉਹਦੇ 'ਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਜੇ ਤੁਸੀਂ ਕਿਸੇ ਇਲੀਗਲ ਬੰਦੇ ਨੂੰ ਲੈ ਕੇ ਆਉਂਦੇ ਹੋ ਜਿਹਨੂੰ ਕਿ ਗੌਰਮੈਂਟ ਨੇ ਛੱਡਿਆ ਰਿਲੀਜ਼ ਕੀਤਾ ਉਹਨੂੰ ਤੁਸੀਂ ਜਿਹੜੀ ਆ ਉਹ ਸਜ਼ਾ ਦੇ ਸਕੋ। ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਕਿ ਗੌਰਮੈਂਟ ਨੇ ਜਾਂ ਜਿਹੜੀ US ਗਵਰਨਮੈਂਟ ਆ ਜਾਂ ICE ਆ ਉਹਨੇ ਰਿਲੀਜ਼ ਕੀਤਾ ਬਾਰਡਰ ਤੇ ਇਹ ਲਾ ਇਹ ਕਹਿੰਦਾ ਵੀ ਚਾਹੇ ਰਿਲੀਜ਼ ਵੀ ਕੀਤਾ ਹੋਵੇ ਤਾਂ ਵੀ ਜੇ ਕੋਈ ਲੈ ਕੇ ਆ ਰਿਹਾ ਤਾਂ ਉਹਨੂੰ ਜਿਹੜਾ ਉਹ ਫੜਿਆ ਜਾ ਸਕਦਾ। ਤੇ ਇਹ ਜਿਹੜਾ ਕੇਸ ਹੈ ਇਹਦੇ ਖਿਲਾਫ ਹੁਣ ਕੋਰਟ ਦੇ ਵਿੱਚ ਕੇਸ ਹੋਇਆ, ਹੁਣ ਦੇਖਾਂਗੇ ਵੀ ਉਹ ਕੀ ਬਣਦਾ ਹੈ। ਇਸ ਤੋਂ ਇਲਾਵਾ ਅਗਲਾ ਜਿਹੜਾ ਹੈਗਾ ਉਹ ਖਬਰ USCIS ਤੋਂ ਹੈ ਕਿ USCIS ਅਪਡੇਟਸ ਵੀਜ਼ਾ ਅਵੇਲੇਬਿਲਿਟੀ ਅਪਰੋਚ ਫॉर ਮੈਨੇਜਿੰਗ ਫਾਰਮ I-526 ਪਟੀਸ਼ਨ ਇਨਵੈਂਟਰੀ। USCIS ਨੇ ਅਨਾਊਂਸ ਕੀਤਾ ਕਿ ਜਿਹੜਾ ਫਾਰਮ I-526 ਹੈ ਇਮੀਗ੍ਰੈਂਟ ਪਟੀਸ਼ਨ ਬਾਈ ਏਲੀਅਨ ਇਨਵੈਸਟਰ, ਜਿਹੜੇ ਇਨਵੈਸਟਰ ਲਈ ਅਪਲਾਈ ਕਰਦੇ ਆ ਉਹਨਾਂ ਨੂੰ ਐਫੀਸ਼ੀਐਂਸੀ ਜਿਹੜੀ ਮਤਲਬ ਫਾਸਟ ਕਰਨ ਵਾਸਤੇ ਉਹ ਇਹਨਾਂ ਨੇ ਹੁਣ ਜਿਹੜੀ ਹੈਗੀ ਆ ਉਹ ਥੋੜ੍ਹੀ ਤੇਜ਼ੀ ਕੀਤੀ ਆ। ਤੇ ਇਹ 'ਚ ਕੀਤਾ ਕਿ ਜਿਹੜੀਆਂ ਪਟੀਸ਼ਨਸ ਨਵੰਬਰ 30 2019 ਤੋਂ ਪਹਿਲਾਂ ਫਾਈਲ ਹੋਈਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਫਾਸਟ ਤਰੀਕੇ ਨਾਲ ਕਰਾਂਗੇ। ਸੋ ਦੇਖਦੇ ਹਾਂ ਕਿੰਨੀ ਕੁ ਤੇਜ਼ੀ ਇਹਦੇ 'ਚ ਆਉਂਦੀ ਆ। ਉਦੋਂ ਬਾਅਦ ਅਗਲੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਕਿ ਇੱਕ ਰਿਪੋਰਟ ਪਬਲਿਸ਼ ਹੋਈ ਆ ਜਿਹਦੇ ਵਿੱਚ ਕਿ ਇਹ ਪਤਾ ਲੱਗਿਆ ਕਿ ਜਿਹੜੇ ਟੈਕਸਸ ਦੇ ਟਰੂਪਰ ਨੇ ਸਟੇਟ ਦੇ ਉਹਨਾਂ ਨੇ ਜਿਹੜੇ ਇਮੀਗ੍ਰੈਂਟ ਆਉਂਦੇ ਆ ਉਹਨਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ, ਮਤਲਬ ਬਾਰਡਰ ਟਪਾ ਕੇ ਤੇ ਉਹਨਾਂ ਨੂੰ ਕਿਹਾ ਇਹਨਾਂ ਨੂੰ ਵਾਪਸ ਭੇਜ ਦਿਓ ਮੈਕਸੀਕੋ ਜਾਂ ਆਪਣੀ ਜਿਹੜੀ ਕੰਟਰੀ ਤੋਂ ਆਇਆ, ਤਾਂ ਬੜਾ ਇਨਹਿਊਮਨ ਟ੍ਰੀਟਮੈਂਟ ਉਹਨਾਂ ਨਾਲ ਕੀਤਾ। ਤੇ ਇਹ ਰਿਪੋਰਟ ਜਿਹੜੀ ਆ ਇਹ ਆਈ ਆ ਤੇ ਇਹ ਜੋ ਇਨਸੀਡੈਂਟ ਹੈਗੇ ਆ ਇਹ ਜੂਨ 24 ਤੇ ਜੁਲਾਈ 1 ਦੇ ਵਿੱਚ ਹੋਏ ਆ। ਦੂਜੀ ਖਬਰ ਹੈਗੀ ਆ ਕਿ ਬਾਈਡਨ ਸਰਕਾਰ ਨੇ ਤਕਰੀਬਨ 500,000 ਮਾਈਗਰੈਂਟਸ ਨੂੰ ਪਿਛਲੇ 2 ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਵੈਲਕਮ ਕੀਤਾ ਆ। ਤੇ ਉਹਨਾਂ ਨੇ ਇਹ ਇੱਕ ਬਹੁਤ ਮਤਲਬ ਵੱਡੀ ਖਬਰ ਆ ਕਿ ਇੰਨੇ ਬੰਦੇ ਅਮਰੀਕਾ ਦੇ ਵਿੱਚ ਐਂਟਰ ਹੋਏ ਆ ਪਿਛਲੇ, ਜਿਨ੍ਹਾਂ ਨੂੰ ਕਿ ਲੀਗਲ ਤਰੀਕੇ ਨਾਲ ਐਂਟਰੀ ਮਿਲੀ ਆ ਉਹ ਹੈਗਾ 5 ਲੱਖ ਬੰਦਾ ਪਿਛਲੇ 2 ਸਾਲਾਂ 'ਚ। ਤੇ ਇਹ ਜਿਹੜੇ ਅੱਡ-ਅੱਡ ਪ੍ਰੋਗਰਾਮ ਬਣਾਏ ਗਏ ਸੀ ਤੇ ਉਹ ਕਹਿੰਦੇ ਆ ਵੀ ਲਾਰਜੈਸਟ ਐਕਸਪੈਂਸ਼ਨ ਅੱਜ ਤੱਕ ਇੰਨੇ ਬੰਦੇ ਦੀ ਐਂਟਰੀ ਇੰਨੀ ਛੇਤੀ ਅਮਰੀਕਾ ਦੇ ਵਿੱਚ ਲੀਗਲੀ ਕਦੇ ਨਹੀਂ ਹੋਈ। In less than 2 years, the administration has allowed at least 541,000 immigrants to enter the US through Immigration Parole Authority। ਜਿਹੜਾ ਇਹਦਾ parole ਪ੍ਰੋਗਰਾਮ ਉਹਦੇ ਰਾਹੀਂ 5 ਲੱਖ ਤੋਂ ਵੱਧ ਬੰਦੇ ਨੂੰ ਐਂਟਰੀ ਮਿਲੀ ਹੈ। ਲੀਗਲ ਐਂਟਰੀ ਆ, ਜਿਹੜੇ ਉੱਦਾਂ ਹੀ ਆਏ ਆ ਬਾਰਡਰ ਕ੍ਰਾਸ ਕਰਕੇ ਜਾਂ ਉਹਨਾਂ ਨੂੰ ਰਿਲੀਜ਼ ਕਰਤਾ ਅਸਾਈਲਮ ਲਈ ਉਹ ਵੱਖਰੇ ਆ। ਇਹ ਜਿਹਨਾਂ ਨੂੰ ਲੀਗਲ ਐਂਟਰੀ ਮਿਲੀ ਆ ਉਹ ਇੰਨੇ ਬੰਦੇ ਆ ਤੇ ਇੰਨੇ ਅੱਜ ਤੱਕ parole ਤੇ ਬੰਦੇ ਉਹ ਕਹਿੰਦੇ ਅਮਰੀਕਾ ਦੀ ਹਿਸਟਰੀ 'ਚ ਕਦੇ ਨਹੀਂ ਆਏ ਜਿੰਨੇ ਕਿ ਇਹ ਸਰਕਾਰ ਨੇ ਇਹਨਾਂ ਨੂੰ ਐਂਟਰੀ ਜਿਹੜੀ ਆ ਉਹ ਦਿੱਤੀ ਆ। ਹੁਣ ਅਪਡੇਟ ਹੈਗੀ ਆ US ਬਾਰਡਰ ਤੇ ਮੈਕਸੀਕੋ ਬਾਰਡਰ ਤੋਂ ਜਿਹੜੇ ਬੰਦੇ ਆਪਣੇ ਆਉਂਦੇ ਆ ਉਹਨਾਂ ਵਿੱਚੋਂ ਆਉਣ ਦਾ ਸਿਲਸਿਲਾ ਜਾਰੀ ਆ। ਜਿਹੜੇ ਇੰਡੀਆ ਤੋਂ ਖਾਸ ਕਰਕੇ ਪੰਜਾਬ, ਹਰਿਆਣਾ, ਉੱਤਰਾਖੰਡ ਤੋਂ ਆ ਰਹੇ ਉਹਨਾਂ ਨੂੰ ਐਂਟਰੀ ਮਿਲ ਰਹੀ ਆ। ਜ਼ਿਆਦਾ ਬੰਦਿਆਂ ਨੂੰ ਬਾਰਡਰ ਤੋਂ ਹੀ ਰਿਲੀਜ਼ ਕਰ ਦਿੰਦੇ ਆ, ਪਰ ਕਈਆਂ ਨੂੰ ਕੈਂਪਾਂ 'ਚ ਲੈ ਜਾਂਦੇ, ਉੱਥੇ ਬਿਆਨ ਹੁੰਦੇ ਆ, ਬਿਆਨ ਫੇਲ ਵੀ ਹੋ ਸਕਦੇ ਆ। ਜੇ ਫੇਲ ਹੋ ਜਾਣ ਤਾਂ ਡਿਪੋਰਟ ਕੀਤਾ ਜਾ ਸਕਦਾ, ਪਰ ਜ਼ਿਆਦਾ ਲੋਕਾਂ ਨੂੰ ਐਂਟਰੀ ਜਿਹੜੀ ਆ ਉਹ ਮਿਲ ਰਹੀ ਆ। ਸਾਡੇ ਕੋਲ 28 ਬੰਦੇ ਜਿਹੜੇ ਪਿਛਲੇ 10 ਦਿਨ 'ਚ ਰਿਲੀਜ਼ ਹੋਏ ਆ ਉਹ ਆਏ ਦੁਬਾਰਾ ਇਸ ਵੀਕ ਤੇ ਉਹਨਾਂ ਦੇ ਅਸੀਂ ਕੇਸ ਲਾਏ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਇਹ ਤੁਹਾਨੂੰ ਕਹਿ ਰਿਹਾ ਵੀ ਇੱਦਾਂ ਆਉਣਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਆਪਣੇ ਪ੍ਰੋਗਰਾਮ 'ਚ ਕਿ ਇਸ ਤਰੀਕੇ ਨਾਲ ਨਾ ਆਓ, ਇਹ ਇਲੀਗਲ ਹੈ, ਤੁਹਾਨੂੰ ਖਤਰਾ ਹੋ ਸਕਦਾ। ਪਲੱਸ ਕੋਈ ਗਰੰਟੀ ਨਹੀਂ ਕਿ ਐਂਟਰੀ ਮਿਲੇ ਜਾਂ ਨਾ ਮਿਲੇ। ਕਾਫੀ ਬੰਦੇ ਨੇ ਨੂੰ ਐਂਟਰੀ ਇੱਥੇ ਆਉਂਦੇ ਐਂਟਰੀ ਨਹੀਂ ਮਿਲਦੀ, ਬਿਆਨ ਫੇਲ ਹੋ ਜਾਂਦੇ ਆ।
ਪਰ ਇਹੋ ਜਿਹੇ ਵੀ ਬਹੁਤ ਨੇ ਜਿਹਨਾਂ ਨੂੰ ਮਿਲੀ ਜਾਂਦੀ ਆ। ਸੋ ਇਸ ਕਰਕੇ ਕਿਉਂਕਿ ਲੋਕੀ ਸਵਾਲ ਪੁੱਛਦੇ ਆ, ਮੈਂ ਅਪਡੇਟ ਦੇ ਰਿਹਾ ਕਿ ਜਿਹੜੇ ਆਪਣੇ ਇੰਡੀਆ ਤੋਂ ਲੋਕ ਆ ਰਹੇ ਉਹਨਾਂ ਨੂੰ ਐਂਟਰੀ ਅਮਰੀਕਾ ਦੇ ਵਿੱਚ ਬਾਰਡਰ ਜਿਹੜੇ ਆਉਂਦੇ ਆ ਉਹ ਸਟਿਲ ਮਿਲ ਰਹੀ ਆ ਤੇ ਬਹੁਤ ਵੱਡੇ ਨੰਬਰ ਦੇ ਵਿੱਚ ਮਿਲ ਰਹੀ ਆ। ਇਸ ਤੋਂ ਇਲਾਵਾ ਅਪਡੇਟ ਹੈਗੀ ਪੋਲੀਟੀਕਲ ਅਸਾਈਲਮ ਦੇ ਕੇਸਾਂ ਦੀ। 5 ਕੇਸ ਆਪਣੇ ਪਾਸ ਹੋਏ ਆ ਫਿਰ ਦੁਬਾਰਾ ਇਹ ਲੰਘੇ ਵੀਕ 'ਚ, ਤੇ ਜਿਨ੍ਹਾਂ ਦੇ ਵੀ ਪਾਸ ਹੋਏ ਉਹਨਾਂ ਨੂੰ ਬਹੁਤ ਬਹੁਤ ਵਧਾਈ। ਤੇ ਇਸੇ ਤਰ੍ਹਾਂ ਪ੍ਰਮਾਤਮਾ ਕਿਰਪਾ ਕਰੇ ਕੇਸ ਪਾਸ ਹੋਣ। ਜਿਹੜੇ ਬੰਦੇ ਵਿਚਾਰੇ ਉੱਥੇ ਸਫ਼ਰ ਕਰਕੇ ਆਏ ਆ, ਇੱਥੇ ਆਪਣੀ ਆਸ ਲੈ ਕੇ, ਉਹਨਾਂ ਦੀ ਜਿਹੜੀ ਮਨੋਕਾਮਨਾ ਪੂਰੀ ਹੋਵੇ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਜਿਹੜੇ ਕੇਸ ਆ ਉਹ ਪਾਸ ਹੋਣ। ਸੋ ਇਹ ਸੀ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਤੁਹਾਡੇ ਮੈਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣ ਦੀ ਕੋਸ਼ਿਸ਼ ਕਰਦਾ। ਤੇ ਸਾਰਿਆਂ ਤੋਂ ਪਹਿਲਾਂ ਤਾਂ F4 ਕੈਟੇਗਰੀ ਬਾਰੇ ਕਹਿ ਰਹੇ ਆ ਕਿ ਕੋਈ ਮੂਵਮੈਂਟ ਨਹੀਂ ਆ। ਸਾਡੇ ਜਿਹੜਾ ਫਰੀਮਾਉਂਟ ਵਾਲਾ ਆਫਿਸ ਹੈ ਇਹਦੇ ਵਿੱਚ ਕਾਂਗਰਸਮੈਨ ਐਰਿਕ ਸਵਾਲਵੈਲ, ਜਿਹੜੇ ਕਿ ਫਰੀਮਾਉਂਟ ਕੈਲੀਫੋਰਨੀਆ ਬੇ ਏਰੀਆ ਦੇ ਕਾਂਗਰਸਮੈਨ ਨੇ, ਬੜੇ ਇੰਪੋਰਟੈਂਟ ਲੀਡਰ ਨੇ ਡੈਮੋਕ੍ਰੈਟਿਕ ਪਾਰਟੀ ਦੇ, ਉਹ ਆਏ। ਉਹਨਾਂ ਨਾਲ ਮੇਰੀ ਬੜੀ ਲੰਬੀ ਚੌੜੀ ਗੱਲਬਾਤ ਹੋਈ ਇਹਦੇ ਬੈਕਲੌਗ ਬਾਰੇ। ਉਹਨਾਂ ਨੂੰ ਮੈਂ ਕਿਹਾ ਵੀ ਇਹਦੇ 'ਤੇ ਜਿਹੜਾ ਉਹ ਕੰਮ ਹੋਣਾ ਚਾਹੀਦਾ। 1 ਘੰਟਾ ਜਦੋਂ ਮੇਰੇ ਆਫਿਸ 'ਚੋਂ ਰੁਕੇ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਫੋਲੋ ਅਪ ਕਰੂੰਗਾ। ਤੇ ਹੁਣ ਉਹਨਾਂ ਨੂੰ ਅਸੀਂ ਜਾ ਕੇ ਦੁਬਾਰਾ ਵਾਸ਼ਿੰਗਟਨ DC 'ਚ ਮਿਲਣਾ, ਉੱਥੇ ਜਿਹੜੀ ਫੋਲੋ ਅਪ ਹੋਊਗੀ ਉਹਦੀ ਜਾਣਕਾਰੀ ਦੇਵਾਂਗੇ। ਸੋ ਇਹਦੇ ਬਾਰੇ ਮੇਰੀ ਕੋਸ਼ਿਸ਼ ਪੂਰੀ ਆ ਵੀ ਜੋ ਹੋ ਸਕੇ, ਬਾਕੀ ਦਾ ਚਲੋ ਜਿਸ ਤਰ੍ਹਾਂ ਵੀ ਹੋਣਾ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਅਪਲਾਈ ਕੀਤਾ ਸੀ ਹਸਬੈਂਡ ਦਾ ਇੰਡੀਆ 'ਚ, ਤੇ ਡਾਕੂਮੈਂਟਰੀ ਕੁਆਲੀਫਾਈ ਹੋ ਗਿਆ ਅਕਤੂਬਰ 22 ਤੇ ਵੇਟ ਕਰ ਰਹੇ ਹਾਂ, ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗੂਗਾ ਜੀ, ਇਸ ਕਰਕੇ ਤੁਹਾਨੂੰ ਇਹਨੂੰ ਵੇਟ ਕਰਨੀ ਪੈਣੀ। ਤੁਸੀਂ ਉੱਦਾਂ ਇਨਕੁਆਇਰੀ ਵਗੈਰਾ ਆਪਣੀ ਮਤਲਬ ਪਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੀ ਵਾਈਫ ਨੇ ਅਪਲਾਈ ਕੀਤਾ ਸੀਗਾ 2014 ਦੇ ਵਿੱਚ, ਮਤਲਬ ਭੈਣ ਭਰਾ ਦੀ ਕੈਟੇਗਰੀ 'ਚ, ਕਿੰਨਾ ਟਾਈਮ ਲੱਗੂ? ਇਹ ਤਾਂ 2005 ਚੱਲ ਰਿਹਾ ਜੀ, ਇਹਨੂੰ ਕਾਫੀ ਜ਼ਿਆਦਾ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਨਿਊਯਾਰਕ ਜਿਹੜੀ ਕੋਰਟ ਆ ਤਰੀਕਾਂ ਜਿਹੜੀਆਂ ਕਿਉਂ ਨਹੀਂ ਮਿਲ ਰਹੀਆਂ? ਉੱਥੇ ਜਿਹੜੀ ਸੈਕਰਾਮੈਂਟੋ ਵਾਲੀ ਕੋਰਟ ਆ ਉਹ 'ਚ ਵੀ ਇਸ ਤਰ੍ਹਾਂ ਹੀ ਆ। ਕਈ ਕੋਰਟਾਂ ਦੇ ਵਿੱਚ ਇਹ ਆ ਵੀ ਜਦ ਤੱਕ ਡੇਟ ਅਵੇਲੇਬਲ ਨਹੀਂ ਹੁੰਦੀ ਉਹ ਸ਼ੋਅ ਨਹੀਂ ਹੁੰਦੀ ਸਿਸਟਮ, ਸਿਰਫ ਕੇਸ ਪੈਂਡਿੰਗ ਸ਼ੋਅ ਹੁੰਦਾ। ਸੋ ਨਿਊਯਾਰਕ ਦੇ ਵਿੱਚ ਡੇਟਾਂ ਜੇ ਅਵੇਲੇਬਲ ਨਹੀਂ, ਸੋ ਜਦੋਂ ਵੀ ਡੇਟ ਸ਼ੋਅ ਹੋਏਗੀ ਮਿਲਣਗੀਆਂ। ਹੋ ਸਕਦਾ ਸਾਲ ਵੀ ਲੱਗ ਸਕਦਾ, 2 ਸਾਲ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰੀ 19 ਸਾਲ ਦੀ ਉਮਰ ਆ, ਕੀ ਮੈਂ ਲੀਗਲ ਗਾਰਡੀਅਨਸ਼ਿਪ ਲਈ ਅਪਲਾਈ ਜਿਹੜਾ ਉਹ ਕਰਵਾ ਸਕਦਾ? ਬਿਲਕੁਲ ਕਰਵਾ ਸਕਦੇ ਹੋ। ਖਾਸ ਕਰਕੇ ਜਿਹੜੀ ਸਟੇਟ ਕੈਲੀਫੋਰਨੀਆ, ਨਿਊਯਾਰਕ ਵਗੈਰਾ ਦਾ ਰੂਲ ਹੈ ਜੇ 21 ਸਾਲ ਤੋਂ ਘੱਟ ਤੁਹਾਡੀ ਉਮਰ ਆ ਤੇ ਤੁਹਾਡਾ ਕੋਈ ਗਾਰਡੀਅਨ ਬਣ ਜਾਂਦਾ ਤਾਂ ਤੁਹਾਨੂੰ ਇਹਦੀ ਬੇਸ 'ਤੇ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਮਿਲ ਜਾਂਦਾ। ਇਸ ਤੋਂ ਪਹਿਲਾਂ ਇਹ ਕੇਸ ਜਿਹੜੀ ਲੋਕਲ ਕੋਰਟ ਹੁੰਦੀ ਆ, ਪ੍ਰਾਈਵੇਟ ਕੋਰਟ ਜਿਹੜੀ ਸੁਪੀਰੀਅਰ ਕੋਰਟ ਹੈ, ਇੱਥੇ ਡਿਵੋਰਸ ਵਗੈਰਾ ਦੇ ਕੇਸ ਲੱਗਦੇ, ਉੱਥੇ ਅਪਲਾਈ ਹੁੰਦਾ। ਉੱਥੇ 2 ਪਟੀਸ਼ਨਾਂ ਅਪਲਾਈ ਹੁੰਦੀਆਂ ਨੇ ਕਿ ਪਟੀਸ਼ਨ ਫॉर ਗਾਰਡੀਅਨਸ਼ਿਪ ਤੇ ਪਟੀਸ਼ਨ ਫॉर ਸਿਜ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸਟੇਟਸ। ਇਹ ਅਪਲਾਈ ਕਰਕੇ ਜਦੋਂ ਇਹ ਅਪਰੂਵ ਹੋ ਜਾਂਦਾ ਉਸ ਤੋਂ ਬਾਅਦ ਅੱਗੇ ਇਮੀਗ੍ਰੇਸ਼ਨ ਜਾਂਦਾ, ਉੱਥੇ I-360 ਤੇ 485 ਹੁੰਦਾ, ਉੱਥੇ ਗ੍ਰੀਨ ਕਾਰਡ ਮਿਲਦਾ। ਪਰ ਗ੍ਰੀਨ ਕਾਰਡ ਦੀ ਇਹ 'ਚ ਵੇਟ ਹੈਗੀ ਆ ਕਿਉਂਕਿ ਜਿਹੜਾ ਕੋਟਾ ਸਿਸਟਮ ਹੈ ਉਹ 'ਚ ਸਾਲ 1.5 ਸਾਲ ਦੀ ਅਜੇ ਵੇਟ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ੇ ਬਾਰੇ ਦੱਸੋ। ਯੂ ਵੀਜ਼ਾ ਬੇਸਿਕਲੀ ਕ੍ਰਾਈਮ ਵਿਕਟਮ ਦਾ ਵੀਜ਼ਾ ਹੁੰਦਾ। ਇਹਦੇ ਬਾਰੇ ਮੈਂ ਦੱਸ ਕੇ ਹਟਿਆ ਕਿ ਜੇ ਇਹ 'ਤੇ ਗ੍ਰੀਨ ਕਾਰਡ ਮਿਲੇ ਤਾਂ ਪਬਲਿਕ ਚਾਰ ਰੂਲ ਅਪਲਾਈ ਨਹੀਂ ਹੁੰਦਾ। ਇਹ ਬੇਸਿਕਲੀ ਜੇ ਕੋਈ ਬੰਦਾ ਕਿਸੇ ਕ੍ਰਾਈਮ ਦਾ ਵਿਕਟਮ ਹੈ, ਚਾਹੇ ਉਹਦਾ ਇੱਥੇ ਸਟੇਟਸ ਹੈ ਜਾਂ ਨਹੀਂ ਹੈ, ਉਹ ਅਪਲਾਈ ਕਰ ਸਕਦਾ। ਲੇਕਿਨ ਇਹਦੇ ਵਾਸਤੇ ਜਿਹੜੀ ਪੁਲਿਸ ਆ ਉਹਨੂੰ ਪੁਲਿਸ ਰਿਪੋਰਟ ਦੇਣੀ ਪੈਂਦੀ ਹੈ ਤੇ ਇੱਕ ਫਾਰਮ ਹੁੰਦਾ ਸਪਲੀਮੈਂਟ ਫਾਰਮ, ਉਹ 'ਤੇ ਉਹਨਾਂ ਨੂੰ ਸਾਈਨ ਕਰਨੇ ਪੈਂਦੇ ਆ, ਫਾਰਮ ਭਰਨਾ ਪੈਂਦਾ। ਉਸ ਤੋਂ ਬਾਅਦ ਇਹ 'ਚ ਡੈਮੇਜ ਸ਼ੋਅ ਕਰਨਾ ਪੈਂਦਾ ਵੀ ਤੁਹਾਨੂੰ ਕੀ ਪ੍ਰੋਬਲਮ ਆਈ ਹੈ, ਫਿਜ਼ੀਕਲ ਡੈਮੇਜ ਜਾਂ ਮੈਂਟਲੀ ਕੋਈ ਪ੍ਰੋਬਲਮ ਹੈ। ਇਹਨੂੰ ਟਾਈਮ ਬਹੁਤ ਲੱਗਦਾ, 6-7 ਸਾਲ ਦਾ ਇਹ ਜਿਹੜਾ ਹੈਗਾ ਉਹ ਪ੍ਰੋਸੀਜਰ ਆ। ਅਗਲਾ ਸਵਾਲ ਹੈ ਜੀ ਕਿ ਜੇ ਕੋਈ ਬੰਦਾ ਬਾਰਡਰ ਕ੍ਰਾਸ ਕਰਕੇ ਇੱਥੇ ਆਉਂਦਾ ਤੇ ਉਹ ਕਿਸੇ ਅਮਰੀਕਨ ਕੁੜੀ ਨਾਲ ਵਿਆਹ ਕਰ ਲੈਂਦਾ ਤਾਂ ਕੀ ਗ੍ਰੀਨ ਕਾਰਡ ਮਿਲ ਸਕਦਾ? ਇਹ ਡਿਪੈਂਡ ਕਰਦਾ ਜੀ ਲੀਗਲ ਐਂਟਰੀ ਕੀ ਆ। ਜੇ ਤੁਹਾਡੀ ਜਿਹੜੀ ਐਂਟਰੀ ਲੀਗਲ ਹੈਗੀ ਆ ਤਾਂ ਮਿਲ ਸਕਦਾ। ਜੇ ਇਲੀਗਲ ਐਂਟਰੀ, ਅਸੀਂ ਉੱਦਾਂ ਹੀ ਬਾਰਡਰ ਕ੍ਰਾਸ ਕਰਕੇ ਆਏ ਆ, ਤਾਂ ਵਿਆਹ ਤੁਸੀਂ ਕਰ ਸਕਦੇ ਹੋ, ਪਰ ਤੁਹਾਨੂੰ ਫਿਰ ਇੰਡੀਆ ਜਾਣਾ ਪਊਗਾ ਇੰਟਰਵਿਊ ਲਈ। ਉਹਦੇ ਵਾਸਤੇ 601 ਇਹ ਵੇਵਰ ਲੈ ਕੇ ਜਾ ਸਕਦੇ ਹੋ, ਇੱਥੇ ਕੁਝ ਨਹੀਂ ਮਿਲੇਗਾ। ਅਗਲਾ ਸਵਾਲ ਹੈ ਜੀ ਕਿ ਮੈਂ ਅਫਰਮੇਟਿਵ ਅਸਾਈਲਮ ਕੇਸ ਅਪਲਾਈ ਕੀਤਾ, ਮੇਰੀ ਇੰਟਰਵਿਊ ਨਹੀਂ ਆਈ ਤੇ ਉਦੋਂ ਬਾਅਦ ਜੇ ਮੈਂ ਵਿਆਹ ਕਰਾ ਲਾਂ ਤਾਂ ਐਕਸੈਪਟ ਹੋ ਸਕਦਾ। ਉਹਦੇ ਵਾਸਤੇ ਡਿਪੈਂਡ ਕਰੂਗਾ ਤੁਹਾਡੀ ਐਂਟਰੀ ਕਿਵੇਂ। ਜੇ ਤੁਹਾਡੀ ਲੀਗਲ ਐਂਟਰੀ ਆ ਤੇ ਤੁਹਾਨੂੰ ਇੱਥੇ ਗ੍ਰੀਨ ਕਾਰਡ ਜਿਹੜਾ ਉਹ ਮਿਲ ਸਕਦਾ। ਜੇ ਲੀਗਲ ਐਂਟਰੀ ਨਹੀਂ ਆ ਤਾਂ ਫਿਰ ਤੁਹਾਨੂੰ ਇੰਡੀਆ ਜਾਣਾ ਪਿਆ ਉਹਦਾ ਇੰਟਰਵਿਊ ਦੇਣ। ਅਗਲਾ ਸਵਾਲ ਹੈ ਜੀ ਕਿ ਮੈਂ ਕੈਨੇਡੀਅਨ ਸਿਟੀਜ਼ਨ ਇੱਥੇ ਪੱਕਾ ਕਿਵੇਂ ਹੋ ਸਕਦਾ? ਉਹਦੇ ਵਾਸਤੇ EB-5 ਕੈਟੇਗਰੀ ਜਿਹੜੀ ਇਨਵੈਸਟਰ ਕੈਟੇਗਰੀ ਉਹ ਤੁਸੀਂ ਟਰਾਈ ਕਰ ਸਕਦੇ ਹੋ, ਹੋਰ ਕੋਈ ਤਰੀਕਾ ਨਹੀਂ। ਅਗਲਾ ਸਵਾਲ ਹੈ ਜੀ ਕਿ ਮੈਂ 75 ਓਲਡ ਹੈਗਾ, ਗ੍ਰੀਨ ਕਾਰਡ ਹੋਲਡਰ ਹਾਂ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤੇ ਟੈਸਟ ਬਾਰੇ ਕਿਵੇਂ ਹੋਊਗਾ? ਇਹਦੇ ਵਾਸਤੇ ਮੈਂ ਹਮੇਸ਼ਾ ਦੱਸਦਾ ਰਹਿੰਦਾ ਵੀ N-648 ਇੱਕ ਫਾਰਮ ਹੈ। ਜੇ ਤੁਹਾਡਾ ਪ੍ਰਾਇਮਰੀ ਡਾਕਟਰ ਭਰੇ ਤਾਂ ਉਹਦੀ ਬੇਸ 'ਤੇ ਤੁਹਾਨੂੰ ਇੱਥੇ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਮਿਲ ਸਕਦੀ ਹੈ ਤੇ ਉਹ ਫਿਰ ਟੈਸਟ ਮਾਫ ਹੋ ਜਾਂਦਾ ਜੇ ਤੁਹਾਡਾ ਜਿਹੜਾ ਪ੍ਰਾਇਮਰੀ ਡਾਕਟਰ ਆ ਉਹਨੂੰ ਜਿਹੜਾ ਹੈਗਾ ਉਹ ਭਰ ਕੇ ਦੇਵੇ। ਅਗਲਾ ਸਵਾਲ ਹੈ ਜੀ ਕਿ I-130 ਤੋਂ ਪਟੀਸ਼ਨ ਲਾਉਂਦੇ ਆ ਤਾਂ ਕਿੰਨੇ ਦਿਨਾਂ ਵਿੱਚ ਨੋਟਿਸ ਮਿਲਦਾ? ਇਹ ਡਿਪੈਂਡ ਕਰਦਾ ਜੀ, ਨੋਟਿਸ ਤਾਂ ਆ ਜਾਂਦਾ ਮਹੀਨੇ, 1.5 ਮਹੀਨੇ, 2 'ਚ ਵੀ ਆ ਜਾਂਦਾ, ਲੇਕਿਨ ਅਪਰੂਵਲ ਨੂੰ ਬਹੁਤ ਟਾਈਮ ਲੱਗਦਾ ਜੀ। ਅਗਲਾ ਸਵਾਲ ਹੈ ਜੀ ਕਿ F4 ਜਿਹੜਾ ਪ੍ਰੋਸੈਸ ਆ ਇਹ 'ਚ ਬਹੁਤ ਡਿਲੇ ਹੈ ਜੀ। ਤੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਮੇਰੇ ਕੋਲ ਕਾਂਗਰਸਮੈਨ ਆਏ ਸੀਗੇ ਫਰੀਮਾਉਂਟ ਆਫਿਸ ਦੇ ਵਿੱਚ, ਐਰਿਕ ਸਵਾਲਵੈਲ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਫੋਲੋਅਪ ਕਰਾਂਗੇ। ਤੇ ਸੈਂਟਰ ਬੌਬ ਮਨੈਂਡਸ ਮੈਨੂੰ ਮਹੀਨਾ 1.5 ਮਹੀਨਾ ਪਹਿਲਾਂ ਮਿਲੇ ਸੀ, ਸੈਂਟਰ ਕੋਰੀ ਬੁੱਕਰ,
ਉਹਨਾਂ ਨਾਲ ਵੀ ਗੱਲ ਕੀਤੀ ਆ। ਸੈਂਟਰ ਗਿਲ ਬ੍ਰਾਂਡ ਮੈਂ ਨਿਊਯਾਰਕ ਆਫਿਸ ਆਏ ਸੀ, ਉਹਨਾਂ ਨਾਲ ਵੀ ਕੀਤੀ ਆ। ਸੋ ਮੈਂ ਫੋਲੋਅਪ ਕਰ ਰਿਹਾ, ਹੁਣ ਵਾਸ਼ਿੰਗਟਨ DC ਆ ਕੇ ਫੋਲੋਅਪ ਕਰਾਂਗੇ। ਸਾਡੀ ਕੋਸ਼ਿਸ਼ ਪੂਰੀ ਹੈ ਜਿੰਨਾ ਹੋ ਸਕੇ, ਬਾਕੀ ਤਾਂ ਹੁਣ ਜਿਹੜੀ ਦੇਖਣ ਵਾਲੀ ਗੱਲ ਹੈ ਵਿੱਚ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ। ਅਗਲਾ ਸਵਾਲ ਹੈ ਜੀ ਕਿ F1 ਵਾਸਤੇ ਅਪਲਾਈ ਕਰਨਾ ਹੈ US, ਅਤੇ ਇਹ ਦੱਸੋ ਵੀ ਇੱਥੇ ਆ ਕੇ ਕਿੰਨੀਆਂ ਫੀਸਾਂ ਕਿਵੇਂ ਲੱਗਦੀਆਂ। ਦੇਖੋ ਇਸ ਤਰ੍ਹਾਂ ਹੁੰਦਾ ਹੈ, ਹਰੇਕ ਕਾਲਜ ਦੀ ਵੱਖਰੀ ਫੀਸ ਹੁੰਦੀ ਆ, ਉਹ ਤੁਹਾਨੂੰ ਭਰਨੀ ਪੈਂਦੀ ਆ, ਅਤੇ ਉਹ ਭਰ ਕੇ ਸਟੱਡੀ ਕੰਟੀਨਿਊ ਕਰਨੀ ਪੈਂਦੀ ਆ, ਉਹਦੀ ਬੇਸ 'ਤੇ ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਜਿਹੜੇ 1 ਕੈਟਾਗਰੀ ਵਾਲੇ ਸਟੂਡੈਂਟ ਕੀ ਅਸੈਲਮ ਕਰ ਸਕਦੇ ਆ। ਬਿਲਕੁਲ ਕਰ ਸਕਦੇ। ਜੇ ਅਸੈਲਮ ਦੇ 5 ਗਰਾਊਂਡ 'ਚ ਕੇਸ ਆਉਂਦਾ, ਪਰ ਝੂਠਾ ਕੇਸ ਨਾ ਕਰਿਓ, ਜਿਹੜਾ ਅਸਲੀ ਕੇਸ ਸਹੀ ਹੈ ਤਾਂ ਕਰਿਓ। ਜੇ ਅਸੈਲਮ ਦੇ 5 ਗਰਾਊਂਡਾਂ ਦੇ ਵਿੱਚ ਤੁਹਾਡਾ ਕੇਸ ਹੈਗਾ ਅਤੇ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਤੁਹਾਨੂੰ ਪ੍ਰੋਬਲਮ ਆਈ ਹੈ, ਪਾਸਟ ਪਰਸੀਕਿਊਸ਼ਨ ਹੋਈ ਹੈ, ਗਾਂਹ ਨੂੰ ਵੀ ਆ ਸਕਦੀ ਆ, ਤਾਂ ਤੁਸੀਂ ਜ਼ਰੂਰ ਕੇਸ ਜਿਹੜਾ ਉਹ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਨੇ ਮੇਰੀ ਫੈਮਿਲੀ ਦਾ ਅਪਲਾਈ ਕੀਤਾ 2006 'ਚ, ਕਦੋਂ ਆਏਗੀ ਵਾਰੀ। 6 ਦੇ ਡਾਕੂਮੈਂਟ ਮੰਗ ਰਹੇ ਨੇ, ਪਰ ਜੇ 2005 ਚੱਲ ਰਿਹਾ, ਇਹਨੂੰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਮੈਂ ਮੈਕਸੀਕੋ ਬਾਰਡਰ ਰਾਹੀਂ ਆਇਆ ਸੀ ਅਤੇ ਫੈਮਿਲੀ ਜਿਹੜੀ ਆ ਉਹ 1 ਸਾਲ ਤੋਂ ਉੱਤੇ ਹੋ ਗਿਆ, ਪਰ ਸਾਡਾ ਅਜੇ ਤੱਕ ਕੇਸ ਸ਼ੋਅ ਨਹੀਂ ਹੋ ਰਿਹਾ। ਇਹ 'ਚ ਅਸੀਂ ਆਮ ਤੌਰ 'ਤੇ ਰਿਕਮੈਂਡ ਕਰਦੇ ਹਾਂ ਵੀ ਅਸੈਲਮ ਆਫਿਸ ਕੇਸ ਲੱਗਣਾ ਚਾਹੀਦਾ, ਉੱਥੇ ਲਾ ਦਿਓ, ਅਤੇ ਉੱਥੇ ਲੱਗ ਕੇ ਤੁਹਾਡਾ ਜਿਹੜਾ ਹੈਗਾ ਉਹ ਕਲੌਕ ਸ਼ੁਰੂ ਹੋ ਜਾਊਗਾ, ਅਤੇ ਜਦੋਂ ਵੀ ਫਿਰ ਤੁਹਾਡਾ ਕੇਸ ਟ੍ਰਾਂਸਫਰ ਸ਼ੋਅ ਹੁੰਦਾ ਤਾਂ ਉਹਨੂੰ ਵਿਦਨ 1 ਈਅਰ ਮੰਨਿਆ ਜਾਂਦਾ। ਸ਼ੋਅ ਜਿਹੜਾ ਕੇਸ ਇਸ ਕਰਕੇ ਨਹੀਂ ਹੋ ਰਿਹਾ ਕਿ ਆਈਸ ਵਾਲਿਆਂ ਨੇ ਅੱਗੇ ਕੋਰਟ ਦੇ ਵਿੱਚ ਪੇਪਰ ਨਹੀਂ ਭੇਜੇ। ਤੁਸੀਂ ਇੱਥੇ ਅਟੈਂਡੈਂਸ ਲਵਾਉਣ ਜਾਂਦੇ ਹੋ, ਆਈਸ ਕੋਲ ਉਹਨਾਂ ਨੂੰ ਕਹਿ ਸਕਦੇ ਹੋ ਕਿ ਸਾਡਾ ਕੇਸ ਅੱਗੇ ਭੇਜੋ। ਜੇ ਨਹੀਂ ਕਰਦੇ ਤਾਂ ਤੁਸੀਂ ਅਸੈਲਮ ਦੇ ਵਿੱਚ I-589 ਫਾਰਮ ਲਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰਾ 485 11 ਮਹੀਨੇ ਹੋ ਗਏ, ਗੁਰੂ ਘਰ ਵੱਲੋਂ ਅੱਗੇ ਕਿੰਨਾ ਟਾਈਮ ਲੱਗੂਗਾ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਅਤੇ ਟਾਈਮ ਲੱਗ ਸਕਦਾ। ਜਿਹੜਾ ਤੁਹਾਡੇ ਵਕੀਲ ਜਿਹਨੇ ਅਪਲਾਈ ਕੀਤਾ ਉਹਨੂੰ ਕੋਈ ਦੀ ਇਨਕੁਆਇਰੀ ਕਰੇ। ਅਗਲਾ ਸਵਾਲ ਹੈ ਜੀ ਕਿ ਜੇ ਕਰ ਕੋਈ ਕਾਸਟ ਦਾ ਬੰਦਾ ਤੁਹਾਡੇ ਕੋਲ ਅਸੈਲਮ ਲਗਾ ਸਕਦਾ, ਅਤੇ ਇਹਦੇ ਬਾਰੇ ਕੀ ਹੈ। ਦੇਖੋ ਕਾਸਟ ਬੇਸ ਅਸੈਲਮ ਦਾ ਨਹੀਂ ਹੈ, ਮੇਨ ਬੇਸ ਤਾਂ ਪੋਲੀਟੀਕਲ ਹੁੰਦਾ, ਪਰ ਜੇ ਕਾਸਟ ਦੀ ਬੇਸ 'ਤੇ ਤੁਹਾਡਾ ਬਹੁਤ ਧੱਕਾ ਹੋਇਆ, ਜ਼ੁਲਮ ਹੋਇਆ, ਤੁਸੀਂ ਫਿਰ ਕਰ ਸਕਦੇ ਹੋ। ਬੇਸਿਕਲੀ ਤਾਂ ਗਰਾਊਂਡ ਇਹੀ ਆ ਕਿ ਉੱਥੇ ਪਰਸੀਕਿਊਸ਼ਨ ਹੋਈ ਹੋਵੇ, ਕੁੱਟਮਾਰ ਹੋਈ ਹੋਵੇ, ਅਤੇ ਉਹ ਯਾਨੀ ਕਿ ਡਿਪੈਂਡ ਕਰੇਗਾ ਕਿ ਤੁਹਾਡੇ ਕੋਲ ਕਿਸ ਕਿਸਮ ਦੀ ਡਾਕੂਮੈਂਟੇਸ਼ਨ ਹੈ। ਜੇ ਤੁਸੀਂ ਸਾਬਤ ਕਰ ਸਕਦੇ ਹੋ ਕਿ ਕਾਸਟ ਕਰਕੇ ਤੁਹਾਡੇ ਨਾਲ ਬਹੁਤ ਜ਼ਿਆਦਾ ਆਪਣੀ ਕੰਟਰੀ ਜ਼ੁਲਮ ਹੋਇਆ, ਧੱਕਾ ਹੋਇਆ, ਤਾਂ ਫਿਰ ਤੁਸੀਂ ਉਹ ਜਿਹੜਾ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰਾ ਬ੍ਰਦਰ ਇੱਥੇ ਆਇਆ ਸੀ ਅਤੇ ਉਹਦਾ ਕੇਸ ਲਾਉਣ ਵਾਸਤੇ ਕੀ ਖਰਚਾ ਆਊਗਾ। ਇਹ ਡਿਪੈਂਡ ਕਰਦਾ ਜੀ ਕੇਸ ਦੇ ਉੱਤੇ। ਉਹਨਾਂ ਨੂੰ ਕਹੋ ਸਾਡੇ ਆਫਿਸ ਨਾਲ ਸੰਪਰਕ ਕਰ ਲੈਣ, 9179154142 ਜਾਂ jpsinghattorney@gmail.com ਜਾਂ 7185338444, ਇਹਨਾਂ ਨੰਬਰਾਂ 'ਤੇ ਸੰਪਰਕ ਕਰਨ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 2006 'ਚ ਅਪਲਾਈ ਹੋਇਆ, ਕਿੰਨਾ ਟਾਈਮ ਲੱਗੂਗਾ। 6 ਦੇ ਪੇਪਰ ਮੰਗ ਰਹੇ ਆ ਜੀ, ਸਾਲ ਡੇਢ ਸਾਲ ਜਿਹੜਾ ਉਹ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਬਿਆਨ ਹੈ ਉਹ ਕੀ ਬੰਦਾ ਬਾਰਡਰ ਕ੍ਰੋਸ ਕਰਕੇ ਆਉਂਦਾ ਹੁੰਦੇ ਕਿ ਨਹੀਂ ਹੁੰਦੇ। ਡਿਪੈਂਡ ਇਮੀਗ੍ਰੇਸ਼ਨ 'ਤੇ ਕਰਦਾ ਜੀ, ਕਈਆਂ ਦੇ ਹੁੰਦੇ, ਕਿਸੇ ਦੇ ਨਹੀਂ ਹੁੰਦੇ, ਕਈਆਂ ਨੂੰ ਬਿਆਨਾਂ ਤੋਂ ਛੱਡ ਦਿੰਦੇ ਆ, ਪਰ ਜੇ ਹੋਣ ਤਾਂ ਬਿਆਨ ਪਾਸ ਕਰਨੇ ਜ਼ਰੂਰੀ ਹੈ, ਨਹੀਂ ਪਾਸ ਕਰੋਗੇ ਤਾਂ ਡਿਪੋਰਟ ਕੀਤਾ ਜਾ ਸਕਦਾ। ਅਤੇ ਇੱਕ ਇਹਦੇ 'ਚ ਬੇਸਿਕਲੀ ਇਹ ਆ ਕਿ ਮੈਂ ਇੱਥੇ ਨੋਟ ਕਰ ਰਿਹਾ ਕਿ ਜਦੋਂ ਜਿਹੜਾ ਜਵਾਬ ਦੇ ਰਿਹਾ ਵੀ ਕਿਸੇ ਬੰਦੇ ਨੇ ਮੇਰੀ ਫੋਟੋ ਲਾ ਕੇ ਅਤੇ ਉਹ ਪ੍ਰੋਫਾਈਲ ਬਣਾਇਆ ਹੋਇਆ ਕਿ ਇਹ 'ਤੇ ਜਵਾਬ ਦਿਓ। ਇਸ ਕਿਸਮ ਦਾ ਕੋਈ WhatsApp ਨੰਬਰ ਮੇਰਾ ਨਹੀਂ ਹੈ, ਨਾ ਹੀ ਅਸੀਂ ਪੈਸੇ ਚਾਰਜ ਕਰਦੇ ਹਾਂ ਇਸ ਕਿਸਮ ਦੇ ਜਵਾਬ ਦੇਣ ਦੇ। ਜੇ ਕੋਈ ਵੀ ਤੁਹਾਨੂੰ ਕਰ ਰਿਹਾ ਫਰਾਡ ਆ, ਉੱਤੇ ਰੀਚ ਕਰਨ ਦੀ ਲੋੜ ਨਹੀਂ। ਕੋਈ ਵੀ ਇੰਡੀਆ ਦਾ ਸਾਡਾ WhatsApp ਨੰਬਰ ਨਹੀਂ, ਅਤੇ ਅਸੀਂ ਉਹਨਾਂ ਨੰਬਰਾਂ 'ਤੇ ਜਾਂ ਇੱਦਾਂ ਜਵਾਬ ਨਹੀਂ। ਜਵਾਬ ਜਿਹੜੇ ਆ ਮੈਂ ਇਸੇ ਤਰ੍ਹਾਂ ਹੀ ਬੋਲ ਕੇ ਦਿੰਦਾ। ਮੈਂ ਕਦੇ ਜਿਹੜੇ ਜਵਾਬ ਹੈਗੇ ਆ ਉਹ ਪੈਸੇ ਲੈ ਕੇ ਜਾਂ WhatsApp ਨੰਬਰ ਦੇ ਰਾਹੀਂ ਨਹੀਂ ਦਿੰਦਾ। ਜੇ ਤੁਹਾਨੂੰ ਕੋਈ ਕਰ ਰਿਹਾ ਉਹ ਬੰਦਾ ਗੁੰਮਰਾਹ ਕਰ ਰਿਹਾ। ਇਸ ਤੋਂ ਇਲਾਵਾ ਅਗਲੇ ਸਵਾਲ ਹੈਗੇ ਜੀ ਹੋਰ, ਉਹ ਇਹ ਕਹਿ ਰਹੇ ਆ ਕਿ ਸਾਨੂੰ ਇਹ ਦੱਸੋ ਕਿ ਜਿਹੜਾ ਹੈਗਾ ਪੋਲੀਟੀਕਲ ਅਸਾਈਲਮ ਦੇ ਕੇਸ ਪਾਸ ਹੁੰਦੇ ਆ। ਬਿਲਕੁਲ ਹੁੰਦੇ, ਮੈਂ ਦੱਸ ਕੇ ਹਟਿਆ ਜੀ ਕਿ ਸਾਡੇ ਇਸੇ ਹਫ਼ਤੇ 5 ਕੇਸ ਪਾਸ ਹੋਏ ਆ, ਸੋ ਹੁੰਦੇ ਆ। ਅਗਲਾ ਸਵਾਲ ਹੈ ਜੀ ਕਿ ਅਸੀਂ ਕਪਲ ਮੈਕਸੀਕੋ ਤੋਂ ਆਇਆ ਅਤੇ ਉਹਨਾਂ ਨੇ ਅੱਡ ਕੈਂਪ 'ਚ ਕਰਤਾ। ਉਹ ਕਰ ਦਿੰਦੇ ਆ, ਕਈ ਵਾਰੀ ਬਿਆਨ ਹੋ ਸਕਦੇ ਆ, ਪਰ ਕਈ ਵਾਰ ਉੱਦਾਂ ਵੀ ਛੱਡ ਦਿੰਦੇ ਆ। ਸੋ ਇਹ ਤੁਹਾਨੂੰ ਉੱਥੇ ਪੈਰਵੀ ਕਰਨੀ ਪਏਗੀ ਅਤੇ ਉਹਦੇ ਨਾਲ ਤੁਹਾਡਾ ਪਤਾ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਵਰਕ ਪਰਮਿਟ ਆ ਉਹ ਕਿੰਨੀ ਦੇਰ ਬਾਅਦ ਮਿਲਦਾ। ਜਿਹੜਾ ਆਮ ਵਰਕ ਪਰਮਿਟ ਹੈਗਾ ਜੀ ਉਹ ਤੁਹਾਨੂੰ 180 ਦਿਨ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡਾ ਕੇਸ ਜਦੋਂ ਲੱਗਿਆ ਅਤੇ ਫਿਰ ਆਉਣ ਦੇ ਵਿੱਚ 1.5-2 ਮਹੀਨੇ ਲੱਗਦੇ, ਕਈਆਂ ਨੂੰ 3 ਮਹੀਨੇ ਵੀ ਲੱਗਦੇ ਆ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।